प्यारे बच्चों, today we are going to discuss a very important topic, the alternating current through RLC series circuit। इस टॉपिक ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਓ ਪਹਿਲਾਂ ਕੁਝ ਅਸੀਂ ਇਕੁਏਸ਼ਨਸ ਜਿਹੜੀਆਂ ਨੇ ਇਹਨਾਂ ਨੂੰ ਦੁਬਾਰਾ ਦੇਖ ਲੈਂਦੇ ਹਾਂ। ਪਿੱਛੇ ਅਸੀਂ ਪੜਿਆ ਕਿ ਜੇਕਰ ਸਾਡੇ ਕੋਲ ਪਿਓਰਲੀ ਰਜਿਸਟਿਵ ਸਰਕਟ ਹੋਵੇ ਜਿਹਦੇ ਵਿੱਚ ਸਿਰਫ ਤੇ ਸਿਰਫ ਸਾਡੇ ਕੋਲ ਰੈਜ਼ਿਸਟੈਂਸ ਹੈ ਕਨੈਕਟਡ ਵਿਦ ਆਲਟਰਨੇਟਿੰਗ EMF, then EMF ਤੇ ਕਰੰਟ they are in the same phase। ਇਹਨਾਂ ਵਿੱਚ ਫੇਜ਼ ਡਿਫਰੈਂਸ ਜਿਹੜਾ ਹੈ ਉਹ 0 ਹੁੰਦਾ ਹੈ। ਇਨ ਕੇਸ ਆਫ ਇੰਡਕਟਿਵ ਸਰਕਟ ਜਿੱਥੇ ਕੱਲਾ ਇੰਡਕਟਰ ਲੱਗਾ ਹੈ EMF ਦੇ ਨਾਲ, ਉਥੇ ਆਲਟਰਨੇਟਿੰਗ EMF ਤੇ ਕਰੰਟ ਦੇ ਵਿੱਚ ਫੇਜ਼ ਦਾ 90 ਡਿਗਰੀ ਦਾ ਫਰਕ ਹੈ। ਕਹਿਣ ਦਾ ਮਤਲਬ ਕਿ ਕਰੰਟ ਜਿਹੜਾ ਹੈ ਲੈਗਸ ਬਿਹਾਈਂਡ, ਮਾਈਨਸ ਹੈ ਪਿੱਛੇ ਰਹਿ ਜਾਂਦਾ ਹੈ, ਕਰੰਟ ਲੈਗਸ ਬਿਹਾਈਂਡ ਦਾ ਆਲਟਰਨੇਟਿੰਗ EMF ਬਾਈ phase angle of 90 degree। In case of capacitive circuit where only capacitor is connected with the alternating source, then current leads the EMF by pi/2। इथों की क्लियर होया कि जे प्योरली रजिस्टिव सर्किट है करंट ते alternating करंट सेम फेज च चलदे आ, ਤੇ ਜੇਕਰ ਕਪੈਸਿਟਰ ਤੇ ਇੰਡਕਟਰ ਦੀ ਗੱਲ ਕਰੀਏ ਕਿਸੇ ਵਿੱਚ ਕਰੰਟ ਜਿਹੜਾ ਹੈ ਲੀਡ ਕਰਦਾ ਹੈ, ਕਿਸੇ ਵਿੱਚ ਜਿਹੜਾ ਕਰੰਟ ਸਾਡਾ ਜਿਹੜਾ ਹੈ ਉਹ ਪਿੱਛੇ ਰਹਿ ਜਾਂਦਾ ਹੈ। ਇਹਨਾਂ ਦੋਨਾਂ ਦੇ ਵਿੱਚ ਫੇਜ਼ ਐਂਗਲ ਦਾ ਫਰਕ ਪੈਂਦਾ ਹੈ 90 ਡਿਗਰੀ। ਨਾਓ what will happen when all the three components resistance, inductor ਤੇ capacitor ਇਹਨਾਂ ਤਿੰਨਾਂ ਨੂੰ ਅਸੀਂ ਜਿਹੜਾ ਹੈ ਸੀਰੀਜ਼ 'ਚ ਜੋੜ ਕੇ ਤੇ ਨਾਲ ਅਸੀਂ ਜਿਹੜਾ ਹੈ ਸੋਰਸ ਆਫ ਆਲਟਰਨੇਟਿੰਗ EMF ਅਸੀਂ ਅਪਲਾਈ ਕਰ ਦਈਏ ਤੇ ਉਸ ਟਾਈਮ ਦੇ ਉੱਤੇ ਕੀ ਹੋਏਗਾ? ਕਿਉਂਕਿ ਇਹਦੇ ਅਕੋਰਡਿੰਗ ਕਰੰਟ ਤੇ EMF ਸੇਮ ਫੇਸ 'ਚ ਰਹਿਣੇ ਚਾਹੀਦੇ ਆ, ਇਹਦੇ ਅਕੋਰਡਿੰਗ ਜਿਹੜਾ ਹੈ ਕਰੰਟ ਪਿੱਛੇ ਰਹਿਣਾ ਚਾਹੀਦਾ ਹੈ 90 ਡਿਗਰੀ, ਤੇ ਕਪੈਸਿਟਰ ਦੇ ਅਕੋਰਡਿੰਗ ਚਲੀਏ ਤੇ ਕਰੰਟ ਜਿਹੜਾ ਹੈ 90 ਡਿਗਰੀ ਜਿਹੜਾ ਹੈ ਉਹ ਲੀਡ ਕਰੇਗਾ। ਬਟ when they are connected in series, ਤੇ ਸੀਰੀਜ਼ ਵਿੱਚ ਤੇ ਕਰੰਟ ਜਿਹੜਾ ਹੈ ਤਿੰਨਾਂ ਵਿੱਚੋਂ ਸੇਮ ਫਲੋ ਕਰੇਗਾ, ਉਹਦਾ ਮੈਗਨੀਟਿਊਡ ਸੇਮ ਹੋਏਗਾ ਤੇ ਤਿੰਨਾਂ ਵਿੱਚੋਂ ਕਰੰਟ ਦਾ ਜਿਹੜਾ ਫੇਜ਼ ਹੈ, ਫੇਜ਼ ਐਂਗਲ ਤਿੰਨਾਂ ਵਾਸਤੇ ਜਿਹੜਾ ਉਹ ਸੇਮ ਹੋਣਾ ਚਾਹੀਦਾ ਹੈ। ਨਾਓ ਹੁਣ ਫਾਈਨਲੀ ਡਿਸਾਈਡ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਕਰੰਟ ਜਿਹੜਾ ਹੈ ਲੀਡ ਕਰੇ ਕਿ ਲੈਗਸ ਬਿਹਾਈਂਡ ਹੋਏ, ਉਹ ਡਿਪੈਂਡ ਕਰਦਾ ਹੈ ਇਹਨਾਂ ਦੋਨਾਂ ਦਾ ਵਿੱਚੋਂ ਇਫੈਕਟ ਕਿਹਦਾ ਜ਼ਿਆਦਾ ਹੈ, ਉਹਦੇ ਅਕੋਰਡਿੰਗ ਸਾਡਾ ਜਿਹੜਾ ਕਰੰਟ ਲੀਡ ਜਾਂ ਕਰੰਟ ਸਾਡਾ ਜਿਹੜਾ ਹੈ ਉਹ ਲੈਗ ਹੋਏਗਾ। ਆਓ ਇਸ ਨੂੰ ਜਿਹੜਾ ਹੈ ਅਸੀਂ ਡਿਟੇਲ ਦੇ ਵਿੱਚ ਜਿਹੜਾ ਇਸ ਨੂੰ ਆਪਾਂ ਸਟੱਡੀ ਕਰਦੇ ਹਾਂ। ਸਪੋਜ਼ we are drawing a phasor diagram। ਜਿਹੜੀ ਫੇਜ਼ਰ ਡਾਇਗਰਾਮ ਅਸੀਂ ਕਪੈਸਿਟਰ, ਇੰਡਕਟਰ ਤੇ ਰੈਜ਼ਿਸਟੈਂਸ ਦੀ ਬਣਾਈ ਸੀ, ਅਸੀਂ ਹੁਣ ਫੇਜ਼ਰ ਡਾਇਗਰਾਮ ਜਿਹੜੀ ਹੈ ਇਹ ਤਿੰਨਾਂ ਵਾਸਤੇ ਜਿਹੜੀ ਆਪਾਂ ਅਪਲਾਈ ਕਰਦੇ ਹਾਂ। ਨਾਓ ਹੇਅਰ ਇਜ਼ origin, ਇੱਥੇ ਤਾਂ ਅਸੀਂ ਜਿਹੜਾ ਹੈ y ਐਕਸਿਸ ਕਰ ਦਿੱਤਾ, ਇੱਥੇ ਅਸੀਂ ਲਿਖਦੇ ਨੇ x ਐਕਸਿਸ ਐਂਡ ਹੇਅਰ ਇਜ਼ ਦਾ y ਡੈਸ਼ ਐਕਸਿਸ। ਨਾਓ this alternating EMF ਇਹ 3 ਪਾਰਟਸ ਦੇ ਵਿੱਚ ਜਿਹੜਾ ਹੈ ਉਹ ਡਿਵਾਈਡ ਹੋਏਗੀ। ਇੱਕ ਪਾਸੇ ਅਸੀਂ ਲਿਖਾਂਗੇ ਇੱਥੇ VR ਤੇ ਆਹ ਵਾਲੀ ਜਿਹੜੀ ਵੋਲਟੇਜ ਹੈ ਇਹਦਾ ਨਾਮ ਅਸੀਂ ਲਿਖ ਦਿੰਦੇ ਆ VL ਤੇ ਇਹਦੇ ਵਿੱਚ ਤੁਹਾਡੇ ਕੋਲ ਜਿਹੜਾ ਆ ਜਾਏਗਾ VC। ਨਾਓ this is a voltage developed across R, this is a voltage developed across L and this is a voltage developed across the capacitor। ਨਾਓ ਕਿਸੇ ਵਿੱਚ ਕਰੰਟ ਲੀਡ ਕਰ ਰਿਹਾ ਹੈ, ਕਿਸੇ ਵਿੱਚ ਕਰੰਟ ਜਿਹੜਾ ਹੈ ਸੇਮ ਫੇਸ 'ਚ ਹੈ, ਕਿਸੇ ਵਿੱਚ ਕਰੰਟ ਜਿਹੜਾ ਹੈ ਉਹ ਲੈਗਸ ਬਿਹਾਈਂਡ। ਇਸ ਪ੍ਰੋਬਲਮ ਨੂੰ ਅਸੀਂ ਪਹਿਲਾਂ ਤੇ ਹੱਲ ਕਰਨ ਲਈ ਕੀ ਕਰਦੇ ਹਾਂ, ਆਪਣੀ ਸਿੰਪਲਿਸਿਟੀ ਵਾਸਤੇ ਕਰੰਟ ਨੂੰ ਜਿਹੜਾ ਹੈ ਇੱਕੋ ਹੀ ਡਾਇਰੈਕਸ਼ਨ 'ਚ ਅਸੀਂ ਪਲਾਟ ਕਰ ਦਿੰਦੇ ਹਾਂ, ਫਿਕਸ ਕਰ ਦਿੰਦੇ ਹਾਂ। ਸਪੋਜ਼ ਕਰੰਟ ਇਜ਼ ਪਲਾਟਡ ਅਲੋਂਗ x ਐਕਸਿਸ, ਇਹਨੂੰ ਅਸੀਂ x axis along ਜਿਹੜਾ plot ਕਰਤਾ। This is the instantaneous value of the alternating current। Now what is VR?
ਇਟ ਇਜ਼ ਅ ਵੋਲਟੇਜ ਡਿਵੈਲਪਡ ਕ੍ਰੋਸ ਆਰ। ਜਿਹੜੀ ਆਰ ਤੇ ਵੋਲਟੇਜ ਡਿਵੈਲਪ ਹੋਈ ਉਹਦਾ ਨਾਮ ਹੈ ਸਾਡੇ ਕੋਲ ਵੀ ਆਰ। ਐਂਡ ਅਸੀਂ ਕੀ ਪੜਿਆ ਸੀ ਕਿ ਰੈਜ਼ਿਸਟੈਂਸ ਵਾਲੀ ਵੋਲਟੇਜ ਤੇ ਕਰੰਟ ਦੇ ਆਰ ਇਨ ਦਾ ਸੇਮ ਫੇਜ਼। ਇਹ ਤੁਹਾਡਾ ਸੇਮ ਫੇਜ਼ ਹੋਣ ਕਰਕੇ ਇਟ ਵਿਲ ਬੀ ਰਿਪਰੈਜ਼ੈਂਟਡ ਔਨ ਦਾ ਕਰੰਟ ਐਕਸਿਸ। ਇਹਨੂੰ ਅਸੀਂ ਰਿਪਰੈਜ਼ੈਂਟ ਕਰ ਦਿੰਦੇ ਆ ਉਹ ਏ ਦੇ ਨਾਲ। ਨਾਓ ਦਿਸ ਇਜ਼ ਦਾ ਵੈਲਿਊ ਆਫ ਵੀ ਆਰ। ਇਹ ਬਿਲਕੁਲ ਉੱਪਰ ਕਿਉਂ ਆਈ? ਬਿਕੋਜ਼ ਦੋਨਾਂ ਦੇ ਵਿੱਚ ਫੇਸ ਡਿਫਰੈਂਸ ਕਿੰਨਾ ਹੈਗਾ? 0 ਹੈ। ਨਾਓ ਸੈਕੰਡ ਕੇਸ ਅਸੀਂ ਗੱਲ ਕਰਾਂਗੇ ਇੰਡਕਟਰ ਦੀ। ਇੰਡਕਟਰ ਦੇ ਵਿੱਚ ਜਿਹੜੀ ਹੈ ਵੋਲਟੇਜ ਲੀਡ ਕਰਦੀ ਹੈ ਤੇ ਕਰੰਟ ਜਿਹੜਾ ਹੈ 90 ਡਿਗਰੀ ਪਿੱਛੇ ਰਹਿ ਜਾਂਦਾ ਹੈ। ਵੋਲਟੇਜ ਲੀਡ ਕਰਦੀ ਹੈ ਤੇ 90 ਡਿਗਰੀ ਜਿਹੜਾ ਹੈ ਕਰੰਟ ਪਿੱਛੇ ਤੇ ਵੋਲਟੇਜ ਅੱਗੇ ਆਏਗੀ। ਨਾਓ ਸਪੋਜ਼ ਵੀ ਰਿਪਰੈਜ਼ੈਂਟ ਇਟ ਬਾਈ OB। ਦਿਸ ਇਜ਼ ਦਾ ਵੈਲਿਊ ਆਫ VL। ਇਹ ਅਸੀਂ ਜਿਹੜਾ ਹੈ VL ਨੂੰ ਸ਼ੋ ਕਰਤਾ। ਇਹਨਾਂ ਦੋਨਾਂ ਚ ਕਿੰਨਾ ਫਰਕ ਹੈ? 90 ਡਿਗਰੀ ਦਾ ਜਿਹੜਾ ਹੈ ਇਹ ਡਿਫਰੈਂਸ ਆ ਗਿਆ। ਕਰੰਟ ਪਿੱਛੇ ਹੈ ਤੇ ਵੋਲਟੇਜ ਜਿਹੜੀ ਹੈ 90 ਡਿਗਰੀ ਉਹ ਅੱਗੇ ਚਲੇਗੀ। ਨਾਓ ਇਨ ਕੇਸ ਆਫ ਕੈਪੈਸਿਟਰ, ਕੈਪੈਸਿਟਰ ਦੇ ਵਿੱਚ ਕੀ ਹੈ ਕਿ ਵੋਲਟੇਜ 90 ਡਿਗਰੀ ਜਿਹੜੀ ਹੈ ਉਹ ਜਿਹੜੀ ਹੈ ਤੁਹਾਡੀ ਪਿੱਛੇ ਰਹਿੰਦੀ ਹੈ ਤੇ ਕਰੰਟ ਜਿਹੜਾ ਹੈ ਲੀਡ ਕਰਦਾ ਹੈ ਬਾਈ 90 ਡਿਗਰੀ। ਪਰ ਕਰੰਟ ਨੂੰ ਤੇ ਅਸੀਂ ਇੱਕ ਜਗ੍ਹਾ ਤੇ ਫਿਕਸ ਕਰਤਾ। ਇਹਦਾ ਮਤਲਬ ਕਿ ਵੋਲਟੇਜ ਜਿਹੜੀ ਹੈ ਉਹ 90 ਡਿਗਰੀ ਪਿੱਛੇ ਰਹੇਗੀ। ਨਾਓ ਦਿਸ ਇਜ਼ ਦਾ ਰਿਪਰੈਜ਼ੈਂਟੇਸ਼ਨ ਆਫ VC। ਇਹ ਸਾਡੇ ਕੋਲ ਜਿਹੜਾ ਹੈ VC ਨੂੰ ਅਸੀਂ ਇਹਦੇ ਨਾਲ ਆਪਾਂ ਰਿਪਰੈਜ਼ੈਂਟ ਕਰ ਦਿੱਤਾ ਹੈ। ਨਾਓ ਆਈ ਥਿੰਕ ਕਿ ਤੁਹਾਨੂੰ ਇੱਥੋਂ ਤੱਕ ਕਲੀਅਰ ਹੋ ਗਿਆ ਹੋਵੇਗਾ ਕਿ ਕਰੰਟ ਨੂੰ ਅਸੀਂ ਐਕਸ ਐਕਸਿਸ ਦੇ ਲੌਂਗ ਕਿਉਂ ਰਿਪਰੈਜ਼ੈਂਟ ਕਰਤਾ, ਤਾਂ ਜੋ ਸਾਡੀ ਪ੍ਰੋਬਲਮ ਜਿਹੜੀ ਹੈ ਉਹ ਸਿੰਪਲੀਫਾਈ ਹੋ ਜਾਏ। ਕਿਉਂਕਿ ਕਰੰਟ ਹੀ ਹੈ, ਕਦੀ ਲੀਡ ਕਰਦਾ ਹੈ ਕਦੀ ਲੈਗ, ਅਸੀਂ ਉਹਨੂੰ ਇੱਕ ਜਗ੍ਹਾ ਦੇ ਉੱਤੇ ਫਿਕਸ ਕਰ ਦਿੱਤਾ ਹੈ। ਨਾਓ ਸਪੋਜ਼ ਮੰਨ ਲਓ ਇੱਥੇ ਇੱਕ ਅਸੀਂ ਲਿਖਾਂਗੇ ਲਾਈਨ, ਇਹਨਾਂ ਦੋਨਾਂ ਦੇ ਵਿੱਚੋਂ ਇਫੈਕਟ ਜ਼ਿਆਦਾ ਕਿਹਦਾ ਹੈ? ਹੂ ਇਜ਼ ਡੋਮੀਨੇਟਿੰਗ? ਕੋਈ ਇਹਨਾਂ ਵਿੱਚੋਂ ਹੈ ਜਿਹੜਾ ਡੋਮੀਨੇਟ ਕਰ ਰਿਹਾ ਹੈ। ਅਸੀਂ ਮੰਨ ਕੇ ਚੱਲਦੇ ਹਾਂ ਸਪੋਜ਼ VL is greater than VC। ਮੰਨ ਲਓ ਕਿ ਇੰਡਕਟਰ ਦਾ ਇਫੈਕਟ ਕੈਪੈਸਿਟਰ ਨਾਲੋਂ ਜ਼ਿਆਦਾ ਹੈ। ਇਟ ਇਜ਼ ਇੰਡਕਟੈਂਸ ਡੋਮੀਨੇਟਿਡ ਸਰਕਟ। ਇਹਨਾਂ ਤਿੰਨਾਂ ਵਿੱਚੋਂ ਇਹਦਾ ਇਫੈਕਟ ਜਿਹੜਾ ਹੈ ਸਾਡੇ ਕੋਲ ਉਹ ਜ਼ਿਆਦਾ ਹੈ। ਨਾਓ ਜੇ VL ਦਾ ਇਫੈਕਟ VC ਨਾਲੋਂ ਜ਼ਿਆਦਾ ਹੈ ਤਦੇ ਅਸੀਂ ਦੇਖੋ VL ਨੂੰ ਰਿਪਰੈਜ਼ੈਂਟ ਕਰਨ ਵਾਲਾ ਜਿਹੜਾ ਵੈਕਟਰ ਹੈ ਉਹਦੀ ਲੈਂਥ ਜਿਹੜੀ ਹੈ VC ਨਾਲੋਂ ਵੱਡੀ ਬਣਾਈ ਹੈ। OB ਇਹਦਾ ਸਾਈਜ਼ ਦੇਖੋ ਤੇ OC ਦਾ ਸਾਈਜ਼ ਦੇਖੋ। OB ਨੂੰ ਵੱਡਾ ਕਿਉਂ ਰੱਖਿਆ? ਕਿਉਂਕਿ ਅਸੀਂ ਲੈ ਕੇ ਚੱਲੇ ਆ ਕਿ ਇੰਡਕਟਰ ਡੋਮੀਨੇਟਿਡ ਸਾਡੇ ਕੋਲ ਸਰਕਟ ਹੈ। ਨਾਓ ਇਨ ਦਾ ਡਾਇਗਰਾਮ you are seeing there are 3 vectors OB, OC and OA. They are acting simultaneously at a point O। ਇਹ ਤਿੰਨੋਂ ਹੀ ਇੱਕੋ ਪੁਆਇੰਟ ਦੇ ਉੱਪਰ ਦੇਖੋ ਐਕਟ ਕਰ ਰਹੇ ਨੇ। ਜੇ ਆ ਤਿੰਨੋਂ ਇੱਕੋ ਹੀ ਪੁਆਇੰਟ ਦੇ ਉੱਪਰ ਐਕਟ ਕਰ ਰਿਹਾ ਤੇ ਇਹਦਾ ਹੁਣ ਅਸੀਂ ਜਿਹੜਾ ਹੈ ਫਾਈਨਲ ਰਿਜ਼ਲਟੈਂਟ ਨਿਕਾਲਣਾ ਹੈ। ਨਾਓ 3 ਵੈਕਟਰਸ ਆਰ देयर। ਇਹਦਾ ਰਿਜ਼ਲਟੈਂਟ ਨਿਕਾਲਣ ਦਾ ਤਰੀਕਾ ਅਸੀਂ +1 ਚ ਆਲਰੇਡੀ ਡਿਸਕਸ ਕੀਤਾ ਹੈ। ਨਾਓ these two vectors OB and OC, they are being opposite to each other। ਇਹ ਦੋਨੋਂ ਇੱਕ ਦੂਸਰੇ ਦੇ ਆਪੋਜਿਟ ਨੇ ਤੇ ਜਦੋਂ ਵੈਕਟਰ ਆਪਸ ਵਿੱਚ ਆਪੋਜਿਟ ਹੁੰਦੇ ਆ ਤੇ ਉਹਨਾਂ ਦਾ ਰਿਜ਼ਲਟੈਂਟ ਨਿਕਾਲਣ ਦਾ ਤਰੀਕਾ ਅਸੀਂ ਜਿਹੜਾ ਹੈ ਵੱਡੇ ਵੈਕਟਰ ਦੇ ਵਿੱਚੋਂ ਛੋਟੇ ਵਾਲਾ ਜਿਹੜਾ ਵੈਕਟਰ ਹੈ ਉਹਨੂੰ ਅਸੀਂ ਮਾਈਨਸ ਕਰ ਦਿੰਦੇ ਆ ਤੇ ਰਿਜ਼ਲਟੈਂਟ ਦੀ ਡਾਇਰੈਕਸ਼ਨ ਕਿੱਧਰ ਨੂੰ ਆਉਂਦੀ ਹੈ? ਜਿੱਧਰ ਨੂੰ ਸਾਡਾ ਜਿਹੜਾ ਹੁੰਦਾ ਹੈ ਗ੍ਰੇਟਰ ਵੈਕਟਰ, ਜਿਹੜਾ ਵੱਡਾ ਵੈਕਟਰ ਹੈ ਉਸੇ ਪਾਸੇ ਆਏਗਾ। ਨਾਓ OB ਵਿੱਚੋਂ ਅਸੀਂ ਜਦੋਂ OC ਮਾਈਨਸ ਕਰਤਾ then we get only new vector। ਸਾਡੇ ਕੋਲ ਇੰਨਾ ਕੁ ਵੈਕਟਰ ਬਚੇਗਾ ਜਿਸ ਦਾ ਜਿਹੜਾ ਨਾਮ ਹੈ ਉਹਦੀ ਜਿਹੜੀ ਵੈਲਿਊ ਹੋਏਗੀ ਸਾਡੇ ਕੋਲ it will be equal to VL minus VC। ਇਹ ਸਾਡੇ ਕੋਲ ਉਹਦੀ ਜਿਹੜੀ ਹੈ ਮੈਗਨੀਟਿਊਡ ਆ ਗਿਆ। ਇਹਨੂੰ ਉੱਪਰ ਕਿਉਂ ਬਣਾਇਆ? ਕਿਉਂਕਿ OB is greater than OC ਮਾਈਨਸ ਕਰਨ ਤੋਂ ਬਾਅਦ ਰਿਜ਼ਲਟੈਂਟ ਜਿਹੜਾ ਹੈ ਉਹ ਗ੍ਰੇਟਰ ਵੈਕਟਰ ਵਾਲੇ ਪਾਸੇ ਆਏਗਾ। ਨਾਓ ਦਿਸ ਇਜ਼ ਆਰ ਰਿਜ਼ਲਟੈਂਟ OB dash
ਜਿਹੜਾ ਹੈ ਇਹ ਸਾਡਾ ਜਿਹੜਾ ਰਿਜ਼ਲਟੈਂਟ ਆ ਗਿਆ ਵੈਕਟਰ ਜਿਹੜਾ ਕਿਹਦਾ ਰਿਜ਼ਲਟੈਂਟ ਹੈ O B and O C. It means we have only two vectors now. ਸਾਡੇ ਕੋਲ ਹੁਣ ਸਿਰਫ ਤੇ ਸਿਰਫ ਦੋ ਵੈਕਟਰ ਬਚ ਗਏ. One is OB dash and the second one is OA. ਇਹ ਸਾਡੇ ਕੋਲ ਦੋ ਵੈਕਟਰ ਬਚੇ ਨੇ. Now if two vectors are acting simultaneously at a point, then their resultant will be represented by diagonal of the parallelogram. ਅਸੀਂ diagonal ਦੇ through ਇਹਨਾਂ ਦੋਨਾਂ ਦਾ ਜਿਹੜਾ ਹੈ ਅਸੀਂ ਰਿਜ਼ਲਟੈਂਟ ਫਾਈਂਡ ਆਊਟ ਕਰਾਂਗੇ. ਨਾਓ ਸਭ ਨਾਲੋਂ ਪਹਿਲਾਂ ਤੇ ਅਸੀਂ ਜਿਹੜਾ ਹੈ ਪੈਰਲੋਗ੍ਰਾਮ ਨੂੰ ਅਸੀਂ ਕੰਪਲੀਟ ਕਰਾਂਗੇ. ਨਾਓ ਦਿਸ ਇਜ਼ ਦਾ ਪੈਰਲੋਗ੍ਰਾਮ. ਇਸ ਪੈਰਲੋਗ੍ਰਾਮ ਦਾ ਜਿਹੜਾ ਨੇਮ ਹੈ OAKB ਡੈਸ਼ ਤੇ ਇਸ ਪੈਰਲੋਗ੍ਰਾਮ ਦਾ ਜਿਹੜਾ ਸਾਡੇ ਕੋਲ ਰਿਜ਼ਲਟੈਂਟ ਆਏਗਾ. ਨਾਓ that is the resultant vector of these two vectors VR ਤੇ ਦੂਸਰਾ ਸਾਡਾ ਜਿਹੜਾ ਵੈਕਟਰ ਸੀ ਇੱਥੇ VL ਮਾਈਨਸ ਕਿੰਨਾ ਸੀ ਸਾਡੇ ਕੋਲ ਇਹਦੀ ਵੈਲਿਊ VL ਮਾਈਨਸ VC. Now this is the resultant vector. It will represent the resultant EMF magnitude. ਇਹ ਸਾਡਾ ਜਿਹੜਾ ਹੈ ਰਿਜ਼ਲਟੈਂਟ EMF ਦਾ ਜਿਹੜਾ ਹੈ ਉਹ ਮੈਗਨੀਟਿਊਡ ਆਏਗਾ. ਨਾਓ ਰਿਜ਼ਲਟੈਂਟ EMF ਜਿਹੜੀ ਹੈ ਕਰੰਟ ਨਾਲੋਂ ਅੱਗੇ ਹੈ. ਕਹਿਣ ਦਾ ਮਤਲਬ ਕਿ ਸਾਡੇ ਕੋਲ EMF is leading the current. EMF ਜਿਹੜੀ ਹੈ ਕਰੰਟ ਨੂੰ ਲੀਡ ਕਰ ਰਹੀ ਹੈ by a phase angle phi. Alternating EMF ਕਰੰਟ ਨੂੰ ਲੀਡ ਕਰ ਰਹੀ ਹੈ by phase angle phi. Why? Because ਅਸੀਂ VL ਦਾ ਇਫੈਕਟ ਜ਼ਿਆਦਾ ਮੰਨਿਆ ਸੀ. ਜੇ VL ਜ਼ਿਆਦਾ ਹੈ ਤੇ L ਵਿੱਚ ਕੀ ਹੁੰਦਾ ਹੈ ਵੋਲਟੇਜ ਲੀਡ ਕਰਦੀ ਹੈ 90 ਡਿਗਰੀ. ਬਟ here the voltage is leading just only by an phase angle phi. ਪੂਰਾ 90 ਕਿਉਂ ਨਹੀਂ ਆਇਆ? ਕਿਉਂਕਿ ਦੂਸਰੇ ਦਾ ਵੀ ਵਿੱਚ ਜਿਹੜਾ ਹੈ ਇਫੈਕਟ ਪੈ ਰਿਹਾ ਹੈ. ਉਹ ਕਹਿ ਰਿਹਾ ਕਿ ਵੋਲਟੇਜ ਪਿੱਛੇ ਰਵੇ. ਇੰਡਕਟਰ ਕਹਿ ਰਿਹਾ ਕਿ ਵੋਲਟੇਜ 90 ਡਿਗਰੀ ਅੱਗੇ ਹੋਣੀ ਚਾਹੀਦੀ ਹੈ. ਬਟ ਇਹਦਾ ਅਸਰ ਜ਼ਿਆਦਾ ਹੋਣ ਕਰਕੇ ਆਖਰ ਵਿੱਚ ਕੀ ਹੋਇਆ ਕਿ ਆਲਟਰਨੇਟਿੰਗ EMF ਜਿਹੜੀ ਹੈ ਉਹ ਆਪਣੀ ਜਿਹੜੀ ਆਲਟਰਨੇਟਿੰਗ ਕਰੰਟ ਤੋਂ ਲੀਡ ਕਰ ਗਈ. ਇੱਥੇ ਕਿੰਨਾ ਐਂਗਲ ਆਇਆ ਵਿੱਚ ਫਾਈ. ਨਾਓ ਵੀ ਵਿਲ ਕੈਲਕੂਲੇਟ ਦਿਸ ਫੇਜ਼ ਐਂਗਲ ਆਲਸੋ. ਅਸੀਂ ਇਹਦੀ ਵੀ ਜਿਹੜੀ ਹੈ ਆਪਾਂ ਵੈਲਿਊ ਜਿਹੜੀ ਆਪਾਂ ਨਿਕਾਲਾਂਗੇ. ਨਾਓ in the right angle triangle OAK, in right angle triangle OAK, ਇਸ ਟ੍ਰਾਇੰਗਲ 'ਚ ਧਿਆਨ ਨਾਲ ਦੇਖੋ. ਸਾਨੂੰ ਇੱਕ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਅਸੀਂ ਪਾਈਥਾਗੋਰਸ ਥਿਊਰਮ ਅਪਲਾਈ ਕਰਨ ਲੱਗੇ ਹਾਂ. we get OK square is equal to ਕਿਹਦੇ ਇਕੁਅਲ ਆਏਗਾ? we have OA square ਪਲੱਸ ਸਾਡੇ ਕੋਲ ਆ ਜਾਏਗਾ AK ਦਾ ਸਕੁਅਰ ਆ ਜਾਏਗਾ. ਅਸੀਂ ਪਾਈਥਾਗੋਰਸ ਥਿਊਰਮ ਅਪਲਾਈ ਕਰ ਦਿੱਤੀ. ਨਾਓ ਵਾਟ ਇਜ਼ OK? OK ਨੂੰ ਅਸੀਂ ਜਿਹੜਾ ਹੈ ਰਿਪਰੈਜ਼ੈਂਟ ਕੀਤਾ ਹੈ E ਸਕੁਅਰ ਆ ਗਿਆ. ਨਾਓ ਵਾਟ ਇਜ਼ OA? OA ਇਜ਼ ਦਾ VR ਉੱਪਰ ਆ ਜਾਏਗਾ ਸਕੁਅਰ ਪਲੱਸ ਵਾਟ ਇਜ਼ AK? AK ਦੀ ਜਿਹੜੀ ਵੈਲਿਊ ਸੀ ਸਾਡੇ ਕੋਲ ਕਿੰਨੀ ਸੀਗੀ? ਆ ਵੈਲਿਊ ਅਸੀਂ ਲਿਖੀ ਸੀ ਇੱਥੇ VL ਮਾਈਨਸ ਸਾਡੇ ਕੋਲ ਆ ਗਿਆ VC ਉੱਪਰ ਆ ਜਾਏਗਾ ਸਾਡਾ ਹੋਲ ਦਾ ਸਕੁਅਰ ਆ ਗਿਆ. ਨਾਓ E ਸਕੁਅਰ is equal to E ਸਕੁਅਰ ਕਿਹਦੇ ਕੋਲ ਆਏਗਾ? ਨਾਓ ਵਾਟ ਇਜ਼ V? ਇਟ ਇਜ਼ ਗਿਵਨ ਬਾय IR. ਵੋਲਟੇਜ ਦਾ ਫਾਰਮੂਲਾ ਕਰੰਟ ਇਨਟੂ ਰੈਜ਼ਿਸਟੈਂਸ ਤੇ ਉੱਪਰ ਜਿਹੜਾ ਹੈ ਸਾਡੇ ਕੋਲ ਆ ਜਾਏਗਾ ਸਕੁਅਰ ਪਲੱਸ ਵਾਟ ਇਜ਼ VL? ਵੋਲਟੇਜ ਅਕ੍ਰੋਸ ਇੰਡਕਟਰ. ਇੰਡਕਟਰ ਦੀ ਰੈਜ਼ਿਸਟੈਂਸ ਨੂੰ ਅਸੀਂ ਕਿਸ ਤਰ੍ਹਾਂ ਲਿਖਦੇ ਹਾਂ? XL. ਇੰਡਕਟੈਂਸ ਰਿਐਕਟੈਂਸ ਇਹ ਆਲਰੇਡੀ ਅਸੀਂ ਡਿਸਕਸ ਕਰ ਲਿਆ. ਨਾਓ VC ਦੀ ਵੈਲਿਊ ਆ ਜਾਏਗੀ I ਇੰਟੂ XC ਉੱਪਰ ਆ ਜਾਏਗਾ ਸਾਡੇ ਕੋਲ ਸਕੁਅਰ ਆ ਜਾਏਗਾ. ਨਾਓ ਥੋੜਾ ਜਿਹਾ ਮੈਂ ਇੱਥੋਂ ਜਿਹੜਾ ਹੈ ਵੈਲਿਊ ਨੂੰ ਮੈਂ ਇੱਥੋਂ ਰੱਬ ਕਰ ਦਿੰਦਾ ਕਿ ਤੁਹਾਨੂੰ ਜੇ ਬਾਅਦ ਚ ਕੋਈ ਉਤਾਰਨ ਦੇ ਵਿੱਚ ਜਿਹੜੀ ਹੈ ਉਹ ਪ੍ਰੋਬਲਮ ਨਾ ਆਏ. ਨਾਓ ਇਟ ਇਜ਼ ਹੋਲ ਸਕੁਅਰ. ਇਹਦੇ ਵਿੱਚੋਂ I ਸਕੁਅਰ ਬਣ ਗਿਆ ਸਾਡੇ ਕੋਲ R ਸਕੁਅਰ ਪਲੱਸ
ਇਹਨਾਂ ਦੋਨਾਂ ਵਿੱਚੋਂ ਜਿਹੜਾ ਕਾਮਨ ਹੈ ਸਾਡੇ ਕੋਲ i ਨੂੰ ਜਦੋਂ ਬਾਹਰ ਕੱਢੋਗੇ ਉੱਪਰ ਸਕੁਅਰ ਵੀ ਹੈ ਸਾਡੇ ਕੋਲ ਆ ਜਾਏਗਾ ਬਾਈ i ਸਕੁਅਰ ਅੰਦਰ ਰਹਿ ਜਾਏਗਾ xl ਮਾਈਨਸ xc ਦਾ ਸਾਡੇ ਕੋਲ ਆ ਜਾਏਗਾ ਹੋਲ ਸਕੁਅਰ। ਇਹਨਾਂ ਦੋਨਾਂ ਦੇ ਵਿੱਚੋਂ ਅਸੀਂ ਜਿਹੜਾ ਹੈ i ਸਕੁਅਰ ਨੂੰ ਕਾਮਨ ਕੱਢ ਲਵਾਂਗੇ ਸਾਡੇ ਕੋਲ ਬਚੇਗਾ r ਸਕੁਅਰ ਪਲੱਸ xl ਮਾਈਨਸ xc ਦਾ ਤੁਹਾਡੇ ਕੋਲ ਆ ਜਾਏਗਾ ਹੋਲ ਸਕੁਅਰ। ਨਾਓ ਦਿਸ ਇਜ਼ ਦਾ ਵੈਲਿਊ ਆਫ e ਸਕੁਅਰ। ਇਹ ਸਾਡੇ ਕੋਲ ਜਿਹੜੀ ਹੈ e ਸਕੁਅਰ ਦੀ ਵੈਲਿਊ ਆ ਗਈ। i ਸਕੁਅਰ ਨੂੰ ਅਸੀਂ ਜਿਹੜਾ ਹੈ ਇਹਦੇ ਨੀਚੇ ਲੈ ਜਾਾਂਗੇ ਐਂਡ ਵੀ ਗੈਟ ਜਦੋਂ ਇਹਦੇ ਅਸੀਂ ਨੀਚੇ ਲੈ ਕੇ ਜਾਵਾਂਗੇ ਸਾਡੇ ਕੋਲ ਜਿਹੜਾ ਆਏਗਾ e ਸਕੁਅਰ ਡਿਵਾਈਡਡ ਬਾਈ i ਸਕੁਅਰ ਇਕੁਅਲ ਟੂ r ਸਕੁਅਰ ਪਲੱਸ xl ਮਾਈਨਸ xc ਦਾ ਸਾਡੇ ਕੋਲ ਆ ਗਿਆ ਹੋਲ ਸਕੁਅਰ। ਨਾਓ EMF ਨੂੰ ਜਦੋਂ ਵੀ ਕਰੰਟ ਦੇ ਨਾਲ ਡਿਵਾਈਡ ਕਰੀਏ EMF ਨੂੰ ਕਰੰਟ ਨਾਲ ਡਿਵਾਈਡ ਕਰੀਏ ਵੋਲਟੇਜ ਨੂੰ ਕਰੰਟ ਨਾਲ ਡਿਵਾਈਡ ਕਰੀਏ then we get resistance। ਇਹਦਾ ਮਤਲਬ ਆਹ ਵਾਲੀ ਜਿਹੜੀ ਟਰਮ ਹੋਏਗੀ ਸਾਡੀ ਰੈਜ਼ਿਸਟੈਂਸ ਨੂੰ ਰਿਪਰੈਜ਼ੈਂਟ ਕਰੇਗੀ। ਪਰ ਇਹ ਰੈਜ਼ਿਸਟੈਂਸ ਕਿਹਦਾ ਹੋਏਗਾ? ਇਹ ਹੋਏਗਾ ਕੰਬਾਈਨਡ ਰੈਜ਼ਿਸਟੈਂਸ ਆਫ RLC ਸੀਰੀਜ਼ ਸਰਕਟ। ਇਹਨਾਂ ਤਿੰਨਾਂ ਦਾ ਟੋਟਲ ਇਫੈਕਟਿਵ ਰੈਜ਼ਿਸਟੈਂਸ ਹੋਏਗਾ ਜਿਸ ਨੂੰ ਅਸੀਂ ਜਿਹੜਾ ਹੈ Z ਦੇ ਨਾਲ ਅਸੀਂ ਇਹਨੂੰ ਰਿਪਰੈਜ਼ੈਂਟ ਕਰਦੇ ਹਾਂ। ਨਾਓ ਇਟ ਇਜ਼ ਇਕੁਅਲ ਟੂ Z ਸਕੁਅਰ। Z is the total resultant resistance of RLC series circuit and it is known as impedance। ਇਹਨੂੰ ਅਸੀਂ ਜਿਹੜਾ ਹੈ impedance ਬੋਲਦੇ ਹਾਂ। What is impedance? It is the total effective resistance of RLC series circuit and it will become R square plus XL minus XC ਦਾ ਸਾਡੇ ਕੋਲ ਆ ਗਿਆ ਹੋਲ ਸਕੁਅਰ। ਦੈਨ ਜਦੋਂ ਅਸੀਂ ਇੱਥੋਂ ਜਿਹੜਾ ਹੈ Z ਕੱਲਾ ਨਿਕਾਲਣਾ ਹੈ ਤੇ ਇਹ ਉੱਪਰ ਜਾ ਕੇ ਜਿਹੜਾ ਹੈ ਤੁਹਾਡੇ ਕੋਲ ਸਕੁਅਰ ਰੂਟ ਹੋ ਜਾਏਗਾ। it will become R square plus XL minus XC ਦਾ whole square। This is the formula for impedance of RLC series circuit। ਇਹ RLC series circuit ਦੀ ਸਾਡੀ ਜਿਹੜੀ ਹੈ ਉਹ impedance ਆ ਗਈ। It is a total effective resistance of RLC series circuit। Now ਇੱਕ ਚੀਜ਼ ਬੇਟਾ ਨੋਟ ਕਰ ਲਓ ਅਸੀਂ ਇਹਦਾ ਇਫੈਕਟ ਜ਼ਿਆਦਾ ਮੰਨਿਆ ਸੀ। ਇਨ ਕੇਸ ਇਹਦਾ ਇਫੈਕਟ ਜ਼ਿਆਦਾ ਹੋਏ ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਕਪੈਸਿਟਰ ਦਾ ਇਫੈਕਟ ਜ਼ਿਆਦਾ ਹੈ। ਫਿਰ ਆਹ ਵਾਲਾ ਜਿਹੜਾ ਵੈਕਟਰ ਸੀ ਨੀਚੇ ਵਾਲਾ ਕਪੈਸਿਟਰ ਜਿਹਨੂੰ ਅਸੀਂ ਇੱਥੇ VC ਲਿਖਿਆ ਸੀ ਇਹਦੀ ਲੰਬਾਈ ਜ਼ਿਆਦਾ ਰੱਖੋਗੇ ਇਹਨੂੰ ਛੋਟਾ ਰੱਖੋਗੇ ਤੇ ਰਿਜ਼ਲਟੈਂਟ ਜਿਹੜਾ ਉਹ ਨੀਚੇ ਨੂੰ ਆਏਗਾ ਤੇ ਜਿਹੜੀ ਆਹ ਵਾਲੀ ਰਾਈਟ ਐਂਗਲ ਟ੍ਰਾਇੰਗਲ ਬਣੀ ਸੀ ਉਹ ਨੀਚੇ ਨੂੰ ਬਣੇਗੀ। EMF ਉੱਪਰ ਦੀ ਜਗ੍ਹਾ ਤੇ ਸਾਡੇ ਕੋਲ ਲਾਈਕ ਦਿਸ ਇਧਰ ਨੂੰ ਆਏਗੀ ਤੇ ਅਸੀਂ ਕਹਾਂਗੇ ਕਿ ਕਰੰਟ ਨਾਲੋਂ ਪਿੱਛੇ ਰਹਿ ਗਈ। ਕਹਿਣ ਦਾ ਮਤਲਬ ਕਰੰਟ ਲੀਡ ਹੋ ਗਿਆ। ਕਰੰਟ ਅੱਗੇ ਆ EMF ਪਿੱਛੇ ਆ ਕਿਉਂਕਿ ਕਪੈਸਿਟਰ ਜ਼ਿਆਦਾ ਹੋਵੇ ਤੇ ਕਪੈਸਿਟਰ ਦੇ ਵਿੱਚ ਜਿਹੜਾ ਹੈ ਕਰੰਟ ਲੀਡ ਕਰਦਾ ਹੈ। ਨਾਓ ਇਸ ਡਾਇਗਰਾਮ ਨੂੰ ਮੈਂ ਇੱਥੇ ਹੀ ਜਿਹੜਾ ਰੱਬ ਕਰਨ ਲੱਗਾ। ਨਾਓ ਵੀ ਗੈਟ Z ਦੀ ਜਿਹੜੀ ਵੈਲਿਊ ਹੈ ਸਾਡੇ ਕੋਲ ਉਹ ਕਿੰਨੀ ਆ ਗਈ R ਸਕੁਅਰ ਪਲੱਸ XL ਮਾਈਨਸ XC ਦਾ ਸਾਡੇ ਕੋਲ ਆ ਗਿਆ ਹੋਲ ਸਕੁਅਰ। ਨਾਓ ਉਸ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚੋਂ ਜਿਹੜਾ ਹੈ ਜੇ ਅਸੀਂ tan phi ਨਿਕਾਲਦੇ ਹਾਂ tan phi ਦਾ ਫਾਰਮੂਲਾ ਪਰਪੈਂਡੀਕੂਲਰ ਓਵਰ ਬੇਸ। ਪਰਪੈਂਡੀਕੂਲਰ ਨੂੰ ਅਸੀਂ ਬੇਸ ਨਾਲ ਡਿਵਾਈਡ ਕਰੀਏ ਤੇ ਜਿਹੜਾ ਉਹ ਪਰਪੈਂਡੀਕੂਲਰ ਸਾਡਾ ਜਿਹੜਾ ਆ ਰਿਹਾ ਸੀ that is VL minus VC ਤੇ ਸਾਡਾ ਜਿਹੜਾ ਬੇਸ ਸੀਗਾ ਉਹਦੀ ਵੈਲਿਊ ਸੀ ਸਾਡੇ ਕੋਲ VR। Now tan phi is equal to VL minus VC over VR। ਇਹਨਾਂ ਦੀ ਵੈਲਿਊ ਜਿਹੜੀ ਹੈ ਅਸੀਂ ਵਿੱਚ ਪੁੱਟ ਕਰ ਦਿੰਦੇ ਆ। Now it is IXL minus ਸਾਡੇ ਕੋਲ ਆ ਜਾਏਗਾ IXC divided by ਸਾਡੇ ਕੋਲ ਆ ਜਾਏਗਾ IR। I ਉਤੋਂ ਕਾਮਨ ਆਏਗਾ I ਨਾ I ਸਾਡਾ ਜਿਹੜਾ ਕੈਂਸਲ and we get tan phi is equal to XL minus XC
divided by R. This is the formula to calculate the resultant phase angle between alternating current and alternating EMF. ਇਹਨਾਂ ਦੇ ਵਿੱਚ ਅਸੀਂ ਜਿਹੜਾ ਹੈ ਰਿਜ਼ਲਟੈਂਟ ਨਿਕਾਲ ਸਕਦੇ ਹਾਂ। ਨਾਓ ਇਸ ਤੋਂ ਬਾਅਦ ਕੁਝ ਜਿਹੜੀ ਹੈ ਅਸੀਂ ਡਿਸਕਸ਼ਨ ਕਰਾਂਗੇ। ਮੰਨ ਲਓ if XL is greater than XC, ਜੇ XL ਦਾ ਇਫੈਕਟ ਜ਼ਿਆਦਾ ਹੈ XC ਨਾਲੋਂ ਤੇ ਆ ਜਿਹੜਾ ਜਵਾਬ ਹੈ ਸਾਡੇ ਕੋਲ ਪੋਜ਼ਿਟਿਵ ਆਏਗਾ, ਕਿਉਂਕਿ XL ਦੀ ਵੈਲਿਊ ਵੱਡੀ ਹੈ XC ਨਾਲੋਂ, then the difference will be positive। ਜੇ ਆ ਪੋਜ਼ਿਟਿਵ ਆਏਗਾ ਤੇ ਇਹਦਾ ਮਤਲਬ ਹੈ ਸਾਡਾ ਜਿਹੜਾ tan phi ਵੀ ਪੋਜ਼ਿਟਿਵ ਆਏਗਾ। tan phi ਪੋਜ਼ਿਟਿਵ ਦਾ ਮਤਲਬ ਹੈ ਕਿ ਸਾਡੇ ਕੋਲ ਜਿਹੜਾ ਹੈ ਫੇਸ ਡਿਫਰੈਂਸ ਪੋਜ਼ਿਟਿਵ ਮੀਨਸ ਕਿ EMF ਜਿਹੜੀ ਹੈ ਉਹ ਲੀਡ ਕਰੇਗੀ ਬਾय ਆਲਟਰਨੇਟਿੰਗ ਕਰੰਟ ਵਿਦ ਫੇਸ ਐਂਗਲ phi। ਜਿਹੜੀ ਅਸੀਂ ਉਹ ਡਾਇਗਰਾਮ ਬਣਾਈ ਸੀ, ਅਸੀਂ ਡਾਇਗਰਾਮ ਦੇ ਵਿੱਚ ਇਸ ਤਰ੍ਹਾਂ ਸਾਡੇ ਕੋਲ E ਆਇਆ ਸੀ ਤੇ ਇੱਥੇ ਸਾਡੇ ਕੋਲ phi ਹੈ। ਐਂਗਲ ਜਿਹੜਾ ਹੈ ਐਂਟੀ ਕਲੋਕਵਾਈਜ਼ ਹੀ ਰੋਟੇਟ ਕਰਦਾ ਹੈ ਤੇ ਪੋਜ਼ਿਟਿਵ ਐਂਗਲ ਦਾ ਮਤਲਬ ਹੈ ਕਿ EMF ਕਰੰਟ ਨਾਲੋਂ ਜਿਹੜੀ ਹੈ ਉਹ ਲੀਡ ਕਰੇਗੀ। ਇਟ ਮੀਨਸ XL ਦਾ ਇਫੈਕਟ ਜ਼ਿਆਦਾ ਹੈ ਤੇ tan phi ਪੋਜ਼ਿਟਿਵ ਤੇ EMF ਕਰੰਟ ਨੂੰ ਲੀਡ ਕਰੇਗੀ। ਤੇ ਦੂਸਰਾ ਕੇਸ ਜਿਹੜਾ ਹੈ if XL is less than XC, ਤੇ ਜੇ ਸਾਡੇ ਕੋਲ XC ਨਾਲੋਂ ਘੱਟ ਹੈ then tan phi will be ਉਹ ਸਾਡਾ ਜਿਹੜਾ ਆ ਜਾਏਗਾ ਨੈਗੇਟਿਵ ਆਏਗਾ। ਤੇ ਨੈਗੇਟਿਵ ਆਉਣ ਦਾ ਮਤਲਬ ਸਾਡੇ ਕੋਲ ਇਹ ਤੇ ਕਰੰਟ ਨੂੰ ਫਿਕਸ ਰੱਖਿਆ, EMF ਜਿਹੜੀ ਹੈ along this side ਹੋਏਗੀ ਤੇ ਆ ਐਂਗਲ ਜਿਹੜਾ ਹੈ ਨੀਚੇ ਨੂੰ ਉਹ ਨੈਗੇਟਿਵ ਹੋ ਜਾਏਗਾ। ਕਹਿਣ ਦਾ ਮਤਲਬ ਜੇ XL ਜ਼ਿਆਦਾ ਹੈ ਤੇ EMF ਲੀਡ ਕਰੇਗੀ ਤੇ ਜੇ XC ਜ਼ਿਆਦਾ ਹੈ then the EMF will lags behind, ਉਹ lags behind ਹੋ ਜਾਏਗੀ ਕਿਹਦੇ ਨਾਲੋਂ alternating current। but if ਜੇ ਅਸੀਂ ਕਹੀਏ ਕਿ XL equal to XC, ਜੇ ਇਹ ਦੋਨੋਂ ਆਪਸ ਵਿੱਚ equal ਹੋ ਜਾਣ then what will happen? ਜੇ ਆਪਸ ਵਿੱਚ equal ਨੇ then ਸਾਡੇ ਕੋਲ ਆਏਗਾ tan phi will be equal to 0 because both are equal and then we get tan phi is equal to 0। tan phi 0 ਦਾ ਮਤਲਬ ਹੈ ਕਿ phi ਸਾਡੇ ਕੋਲ 0, phi 0 ਦਾ ਮਤਲਬ ਬਿਲਕੁਲ ਵੀ ਫੇਸ ਡਿਫਰੈਂਸ ਨਹੀਂ ਹੈ। ਇਟ ਮੀਨਸ ਜਦੋਂ XL XC ਦੇ ਇਕੁਅਲ ਹੋ ਗਿਆ ਤੇ ਕਰੰਟ ਤੇ alternating EMF they will be in the same phase, ਇਹ ਦੋਨੋਂ ਜਿਹੜੇ ਨੇ same phase ਚ ਰਹਿਣਗੇ and the total circuit will behave like purely resistive circuit। ਆਓ ਇਸ ਨੂੰ ਅਸੀਂ ਹੋਰ ਅੱਗੇ ਜਿਹੜਾ ਹੈ ਡਿਸਕਸ ਕਰਦੇ ਹਾਂ। ਨਾਓ Z ਕਿੰਨਾ ਹੈ ਸਾਡੇ ਕੋਲ? Z ਦੀ ਵੈਲਿਊ R ਸਕੁਅਰ ਪਲੱਸ XL ਮਾਈਨਸ XC ਦਾ ਹੋਲ ਸਕੁਅਰ ਉੱਪਰ ਕਿੰਨਾ ਸੀ ਅੰਡਰ ਰੂਟ। Now this is a value of Z। ਜੇਕਰ ਸਾਡੇ ਕੋਲ XL equal to XC ਹੈ, ਜੇ ਇਹ ਦੋਨੋਂ equal ਨੇ ਇਹਦਾ ਮਤਲਬ XL minus XC ਕਿਹਦੇ equal ਹੋ ਗਿਆ? 0। ਇੱਥੇ ਅਸੀਂ 0 ਪੁੱਟ ਕਰਾਂਗੇ ਤੇ ਸਾਡੇ ਕੋਲ Z ਦੀ ਜਿਹੜੀ ਵੈਲਿਊ ਹੈ it will become R square plus 0 and it is only equal to R। It means can Z be equal to R? ਕੀ ਸਾਡੀ ਇੰਪੀਡੈਂਸ ਰੈਜ਼ਿਸਟੈਂਸ ਦੇ ਇਕੁਅਲ ਹੋ ਸਕਦੀ ਹੈ? yes when the inductance reactance is equal to capacitance reactance। ਜਦੋਂ ਦੋਨੋਂ ਆਪਸ ਵਿੱਚ ਇਕੁਅਲ ਹੋ ਗਏ ਉਸ ਟਾਈਮ ਦੇ ਉੱਤੇ ਸਾਡੀ ਜਿਹੜੀ ਹੈ ਆ ਵੈਲਿਊ ਜਿਹੜੀ Z ਦੀ ਜਿਹੜੀ ਹੈ R ਦੇ ਇਕੁਅਲ ਹੋਏਗੀ and it is the minimum value of Z, ਕਿਉਂਕਿ Z ਦੋ ਰੈਜ਼ਿਸਟੈਂਸ ਦੇ ਸਕੁਅਰ ਦਾ ਸਮ ਹੈ। ਜਦੋਂ ਇੱਕ ਟਰਮ ਵਿੱਚੋਂ 0 ਹੋ ਜਾਏਗੀ ਤੇ Z ਦੀ ਜਿਹੜੀ ਹੈ ਵੈਲਿਊ ਸਾਡੇ ਕੋਲ ਆਏਗੀ ਮਿਨੀਮਮ and what is the minimum value of Z? It is equal to R and when it occur ਇਹ ਕਦੋਂ ਆਂਦੀ ਹੈ?
ਜਦੋਂ ਸਾਡੇ ਕੋਲ XL equal to ਸਾਡੇ ਕੋਲ ਕਿੰਨਾ ਹੁੰਦਾ, ਸਾਡੇ ਕੋਲ XC ਹੁੰਦਾ ਹੈ। ਆਈ ਥਿੰਕ ਤੁਹਾਨੂੰ ਇੱਥੋਂ ਤੱਕ ਜਿਹੜਾ ਹੈ ਟੌਪਿਕ ਤੁਹਾਨੂੰ ਜਿਹੜਾ ਹੈ ਉਹ ਕਲੀਅਰ ਹੋ ਗਿਆ। ਇਸ ਤੋਂ ਬਾਅਦ ਮੈਂ ਇੱਕ ਚੀਜ਼ ਜਿਹੜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਉਹ ਅਸੀਂ ਰਾਈਟ ਐਂਗਲ ਟ੍ਰਾਇੰਗਲ ਲਈ ਸੀ, ਰਾਈਟ ਐਂਗਲ ਟ੍ਰਾਇੰਗਲ, ਇਹਦਾ ਜਿਹੜਾ ਨੇਮ ਹੈ ਇਟ ਇਜ਼ ਆਲਸੋ ਕਾਲਡ ਇੰਪੀਡੈਂਸ ਟ੍ਰਾਇੰਗਲ। ਇਹਨੂੰ ਅਸੀਂ ਇੰਪੀਡੈਂਸ ਟ੍ਰਾਇੰਗਲ ਵੀ ਕਹਿੰਦੇ ਆ ਬਿਕੋਜ਼ ਇੱਥੇ ਐਂਗਲ ਸੀ ਸਾਡਾ φ ਤੇ ਇਧਰ ਵਾਲੇ ਪਾਸੇ ਸਾਡੇ ਕੋਲ ਵੈਲਿਊ ਸੀ VL ਮਾਈਨਸ ਜਿਹੜੀ ਸੀਗੀ VC, ਜਾਂ ਇਸ ਨੂੰ ਅਸੀਂ ਲਿਖ ਸਕਦੇ ਹਾਂ XL ਮਾਈਨਸ XC ਤੇ ਇਧਰਲੇ ਵਾਲੇ ਪਾਸੇ ਸਾਡੇ ਕੋਲ ਜਿਹੜਾ ਹੈ ਰੈਜ਼ਿਸਟੈਂਸ ਆਏਗਾ। ਨਾਓ ਦਿਸ hypotenuse will represent the Z। ਆ ਟ੍ਰਾਇੰਗਲ ਦਾ ਜਿਹੜਾ ਨੇਮ ਹੈ ਇੰਪੀਡੈਂਸ ਟ੍ਰਾਇੰਗਲ ਬੋਲਦੇ ਆ ਬਿਕੋਜ਼ ਇਸ ਟ੍ਰਾਇੰਗਲ ਤੋਂ ਅਸੀਂ ਸਿੱਧਾ ਜਿਹੜਾ ਹੈ Z ਦੀ ਵੈਲਿਊ ਨਿਕਾਲ ਸਕਦੇ ਆ। ਹਾਈਪੋਟੇਨਿਊਸ ਨੂੰ ਅਸੀਂ Z ਨਾਲ ਰਿਪਰੈਜ਼ੈਂਟ ਕੀਤਾ, ਬੇਸ ਨੂੰ ਅਸੀਂ ਰੈਜ਼ਿਸਟੈਂਸ ਨਾਲ, ਤੇ ਜਿਹੜਾ ਸਾਡਾ ਪਰਪੈਂਡੀਕੂਲਰ ਹੈ ਇਸ ਨੂੰ ਅਸੀਂ XL ਮਾਈਨਸ XC ਨਾਲ ਰਿਪਰੈਜ਼ੈਂਟ ਕਰਤਾ, ਤੇ Z ਦੀ ਜਿਹੜੀ ਵੈਲਿਊ ਹੋਏਗੀ now Z will be equal to R square plus XL minus XC ਦਾ whole square, ਉੱਪਰ ਸਾਡੇ ਕੋਲ ਆ ਜਾਏਗਾ ਅੰਡਰ ਰੂਟ। now this is the called impedance triangle। I think ਕਿ ਤੁਹਾਨੂੰ ਜਿਹੜਾ ਹੈ ਅੱਜ ਦਾ ਲੈਕਚਰ ਕਲੀਅਰ ਹੋ ਗਿਆ ਹੋਵੇਗਾ। ਥੈਂਕ ਯੂ।